ਅੱਜ मोदी ਦੀ सरकार ਇੰਨੇ ਵੱਡੇ ਪੱਧਰ ਤੇ ਡਿਕਟੇਟਰਸ਼ਿਪ ਵਾਲਾ ਰੁਪਈਆ ਉਹਨੂੰ ਨਹੀਂ ਪਰਵਾਹ ਪੰਜਾਬ ਦੇ ਕਿਸਾਨ ਦੀ, ਖੇਤ ਮਜ਼ਦੂਰ ਦੀ, ਦੇਸ਼ ਦੇ ਕਿਸਾਨ ਦੀ ਆਪਣੀ ਆਈ ਤੇ ਆਏ ਹੋਏ। ਇਹ ਆ ਵੀ ਜੋ ਸਾਡੇ ਸੋਚ ਦੇ ਵਿੱਚ ਆ ਅਸੀਂ ਉਹ ਹਰ ਹੀਲੇ ਲਾਗੂ ਕਰਨਾ। ਲੋਕਤੰਤਰ ਦੋਸਤੋ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ ਤੇ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੋਈ ਸਰਕਾਰ ਅੱਜ ਤਾਨਾਸ਼ਾਹੀ ਰਵੱਈਏ ਤੇ ਆ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਕੇਂਦਰ ਸਰਕਾਰ ਨੇ ਪਾਸ ਕੀਤੇ ਕਾਲੇ 3 ਆਰਡੀਨੈਂਸ, ਕਾਲੇ ਕਾਨੂੰਨਾਂ ਦੇ ਖਿਲਾਫ ਪੂਰੇ ਪੰਜਾਬ ਵਿੱਚ ਅੱਗ ਭੜਕੀ ਹੋਈ ਹੈ। ਹਰ ਕੋਈ ਆਪਣੇ ਆਪਣੇ ਤਰੀਕੇ ਕੇਂਦਰ ਸਰਕਾਰ ਨੂੰ ਹਿਲਾਉਣਾ ਚਾਹੁੰਦਾ ਹੈ ਤੇ ਇਹ ਕਾਨੂੰਨ ਨੂੰ ਵਾਪਸ ਲੈਣ ਲਈ ਮਜਬੂਰ ਕਰਨਾ ਚਾਹੁੰਦਾ ਹੈ, ਜਿਸ ਵਾਸਤੇ ਲੋਕ ਇਨਸਾਫ ਪਾਰਟੀ ਵੀ ਆਪਣੇ ਵੱਲੋਂ ਹਰ ਉਮਦਾ ਕੋਸ਼ਿਸ਼ ਕਰ ਰਹੀ ਹੈ। ਤੇ 3 ਅਕਤੂਬਰ ਲਈ ਉਹਨਾਂ ਨੇ ਮੁੜ ਇੱਕ ਵੱਡਾ ਐਲਾਨ ਕੀਤਾ ਹੈ। ਕੀ ਹੈ ਉਹ ਐਲਾਨ, ਆਓ ਮਾਰਦੇ ਹਾਂ ਇੱਕ ਨਜ਼ਰ ਕੀ ਕਹਿ ਰਹੇ ਨੇ ਸਿਮਰਜੀਤ ਸਿੰਘ ਬੈਂਸ ਤੇ ਆਖਿਰ ਕਿਉਂ ਉਹਨਾਂ ਨੇ ਕਿਹਾ ਅਕਾਲੀ ਦਲ ਕਰ ਰਿਹਾ ਹੈ ਨੌਟੰਕੀ। ਲੰਬਾ ਸੰਘਰਸ਼, ਲੋਕ ਇਨਸਾਫ ਪਾਰਟੀ ਵੱਲੋਂ 300 ਕਿਲੋਮੀਟਰ ਲੰਬੀ ਯਾਤਰਾ, 10 ਲੱਖ ਤੋਂ ਵੱਧ ਗਿਣਤੀ ਦੇ ਵਿੱਚ ਪੈਂਫਲੇਟ, 5 ਦਿਨ 5 ਰਾਤ, ਸੈਂਕੜੇ ਪਿੰਡ ਦੇ ਹਜ਼ਾਰਾਂ ਲੋਕਾਂ ਦੇ ਵਿੱਚ ਇਹ ਪੈਂਫਲੇਟ ਵੰਡਿਆ ਮੀਡੀਆ ਦੇ ਜ਼ਰੀਏ, ਭਾਸ਼ਣਾਂ ਦੇ ਜ਼ਰੀਏ ਐਂਡ ਬਹੁਤ ਵੱਡੀ ਪੱਧਰ ਤੇ ਜਾਗਰੂਕਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਇਹ ਜਾਗਰੂਕਤਾ ਦਾ ਨਤੀਜਾ ਹੈਗਾ। ਤੇ ਅੱਜ ਮੋਦੀ ਦੀ ਸਰਕਾਰ ਇੰਨੇ ਵੱਡੇ ਪੱਧਰ ਤੇ ਡਿਕਟੇਟਰਸ਼ਿਪ ਵਾਲਾ ਰੁਪਈਆ ਉਹਨੂੰ ਨਹੀਂ ਪਰਵਾਹ ਪੰਜਾਬ ਦੇ ਕਿਸਾਨ ਦੀ, ਖੇਤ ਮਜ਼ਦੂਰ ਦੀ, ਦੇਸ਼ ਦੇ ਕਿਸਾਨ ਦੀ ਆਪਣੀ ਆਈ ਤੇ ਆਏ ਹੋਏ। ਇਹ ਆ ਵੀ ਜੋ ਸਾਡੇ ਸੋਚ ਦੇ ਵਿੱਚ ਆ ਅਸੀਂ ਉਹ ਹਰ ਹੀਲੇ ਲਾਗੂ ਕਰਨਾ। ਲੋਕਤੰਤਰ ਦੋਸਤੋ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ ਤੇ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੋਈ ਸਰਕਾਰ ਅੱਜ ਤਾਨਾਸ਼ਾਹੀ ਰਵੱਈਏ ਤੇ ਆ ਕੇ। ਬੜਾ ਦੁੱਖ ਤੇ ਅਫਸੋਸ ਆ ਬਾਦਲ ਤੇ ਬੀਜੇਪੀ ਦਾ, ਅਕਾਲੀ ਦਲ ਤੇ ਬੀਜੇਪੀ ਦਾ ਤੋੜ ਵਿਛੋੜਾ। ਬੀਬਾ ਹਰਸਿਮਰਤ ਕੌਰ ਬਾਦਲ ਮਜਬੂਰੀ ਬਸ ਕੈਬਨਿਟ ਵਜ਼ੀਰੀ ਤੋਂ ਰਿਜ਼ਾਈਨ ਦੇ ਕੇ ਇਹ ਸੋਚਦੇ ਆ ਵੀ ਅਸੀਂ ਉਂਗਲ ਨੂੰ ਚੀਰਾ ਦੇ ਕੇ ਸ਼ਹੀਦ ਬਣ ਜਾਵਾਂਗੇ, ਪਰ ਪੰਜਾਬ ਦੇ ਲੋਕਾਂ ਨੂੰ ਬਾਦਲ ਫੈਮਿਲੀ ਦੇ ਕਿਰਦਾਰ ਦਾ ਪਤਾ ਹੈ। ਸੋ ਅਸੀਂ ਇੱਕ ਪ੍ਰੋਗਰਾਮ ਲੋਕ ਇਨਸਾਫ ਪਾਰਟੀ ਵੱਲੋਂ ਬਣਾਇਆ ਕਿ ਅਸੀਂ 3 ਤਰੀਕ ਤੋਂ ਪੰਜਾਬ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਅਸ਼ਵਨੀ ਸ਼ਰਮਾ ਜੀ, ਪਠਾਨਕੋਟ ਰਹਿਸ਼ ਆ, ਸਾਡੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਸਿਰਫ ਜਾਣਗੇ, ਕੋਈ ਵਰਕਰ ਨਹੀਂ ਜਾਊਗਾ। ਸਿਰਫ ਅਹੁਦੇਦਾਰ ਸਾਹਿਬਾਨ ਤਾਲੇ ਚੋਲੇ ਪਾ ਕੇ ਅਸੀਂ ਉਹਨਾਂ ਦੇ ਘਰ-ਬਾਰ ਇਹ ਬੇਨਤੀ ਕਰਨ ਵਾਸਤੇ, ਇਹ ਉਹਨਾਂ ਨੂੰ ਇੱਕ ਮੈਸੇਜ ਦੇਣ ਵਾਸਤੇ, ਇੱਕ ਚੇਤਾਵਨੀ ਦੇਣ ਵਾਸਤੇ ਵੀ ਬਾਦਲਾਂ ਦਾ ਤੁਹਾਡੇ ਨਾਲ ਗੱਠਜੋੜ ਤੇ ਬਾਦਲਾਂ ਦੀਆਂ ਲੁੱਟਮਾਰ ਨੀਤੀਆਂ ਕਾਰਨ ਐਨਡੀ ਦੇ ਅੰਦਰ ਅਕਾਲੀ ਦਲ ਦੀ ਪੋਜੀਸ਼ਨ 84 ਤੋਂ ਮਾੜੀ ਸੀ, ਪਰ ਹੁਣ ਬਾਦਲ ਜਾ ਚੁੱਕੇ ਹੈ। ਤੁਸੀਂ ਕੇਂਦਰ ਦੇ ਕੋਲੇ ਕਿਉਂ ਨਹੀਂ ਜਾਂਦੇ? ਤੁਸੀਂ ਪੰਜਾਬ ਦਾ ਨਮਕ ਖਾਦਾ, ਤੁਹਾਡਾ ਪੰਜਾਬ ਪਿੱਤਰੀ ਸੂਬਾ ਹੈ, ਤੁਸੀਂ ਜੰਮੇ ਪੰਜਾਬ ਚੋਂ, ਪੰਜਾਬ ਦੀ ਮਿੱਟੀ ਤੁਹਾਡੀ ਮਾਂ ਮਿੱਟੀ ਹੈ ਤੇ ਤੁਸੀਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਤੇ ਪੰਜਾਬ ਦੀ ਆਰਥਿਕਤਾ ਦਾ ਵਾਸਤਾ ਆਪਣੀ ਹਾਈ ਕਮਾਂਡ ਕੋਲੇ ਕਿਉਂ ਨਹੀਂ ਪਹੁੰਚ ਜਾਂਦੇ? ਅਸੀਂ 3 ਤਰੀਕ ਸ਼ਨੀਵਾਰ ਨੂੰ ਸ਼ਰਮਾ ਜੀ ਦੇ ਘਰ-ਬਾਰ ਪ੍ਰੋਟੈਸਟ ਕਰਨ ਵਾਸਤੇ ਜਾਵਾਂਗੇ। ਉਸ ਤੋਂ ਬਾਅਦ ਦੇ ਵਿੱਚ 2 ਲੋਕ ਸਭਾ ਦੇ ਮੈਂਬਰ ਹੈਗੇ ਉਹਨਾਂ ਦੇ, ਸ਼੍ਰੀ ਸੋਮ ਪ੍ਰਕਾਸ਼ ਜੀ ਤੇ ਸਨੀ ਦਿਓਲ ਸਾਹਿਬ, ਤੇ ਇੱਕ ਰਾਜ ਸਭਾ ਦੇ ਮੈਂਬਰ ਹੈਗੇ ਆ ਸ਼ਵੇਤ ਮਲਿਕ ਅੰਮ੍ਰਿਤਸਰ ਤੋਂ। ਐਂਡ ਅਸੀਂ ਉਹਨਾਂ ਦੇ ਘਰ-ਬਾਰ ਇਹਨਾਂ ਦੀ ਆਤਮਾ ਨੂੰ ਜਗਾਉਣ ਵਾਸਤੇ ਕਿ ਤੁਸੀਂ ਪੰਜਾਬੀ ਹੋਣ ਦਾ ਮਾਣ ਤੇ ਸਬੂਤ ਦਿਓ, ਜਾ ਕੇ ਆਪਣੀ ਹਾਈ ਕਮਾਂਡ ਦੇ ਉੱਤੇ ਪੰਜਾਬ ਦਾ ਪੱਖ ਜਿਹੜਾ ਧੁੰਦਲਾ ਹੋ ਚੁੱਕਿਆ। ਬੀਜੇਪੀ ਦੀ ਹਾਈ ਕਮਾਂਡ ਇਹ ਸੋਚਦੀ ਹੈ ਵੀ 13 ਹੀ ਸੀਟਾਂ ਨੇ, 13 ਸੀਟਾਂ ਵਾਲੇ ਸੂਬੇ ਦੀ ਗੱਲ ਕੀ ਸੁਣਨੀ ਅਸੀਂ। ਸੋ ਪੰਜਾਬੀ ਉਹ ਲੋਕ ਆ ਜਿਹੜੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਆ। ਪੰਜਾਬੀ ਉਹ ਦਲੇਰ ਕੌਮ ਹੈਗੀ ਆ ਜਿਹੜੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸ਼ਾਨਾ ਮੱਤਾ ਇਤਿਹਾਸ ਰੱਖਦੀ ਹੈ। ਸੋ ਅਸੀਂ ਇਹ ਪ੍ਰੋਗਰਾਮ ਜਿਹੜਾ ਬੀਜੇਪੀ ਦੀ ਲੀਡਰਸ਼ਿਪ ਨੂੰ ਜਗਾਉਣ ਵਾਸਤੇ ਐਂਡ ਕਿਸਾਨ ਅੰਦੋਲਨ ਦੇ ਵਿੱਚ ਸਪੋਰਟ, ਜਿੱਦਣ ਦਾ ਕਿਸਾਨ ਅੰਦੋਲਨ ਕੋਈ ਰੇਲ ਰੋਕਣ ਦਾ ਪ੍ਰੋਗਰਾਮ ਦੇਣਗੇ, ਸੜਕਾਂ ਘੇਰਨ ਦਾ ਪ੍ਰੋਗਰਾਮ ਦੇਣਗੇ, ਪੰਜਾਬ ਬੰਦ ਕਰਨ ਦਾ ਪ੍ਰੋਗਰਾਮ ਜਾਂ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ, ਹਰ ਪ੍ਰੋਗਰਾਮ ਦੇ ਵਿੱਚ ਲੋਕ ਇਨਸਾਫ ਪਾਰਟੀ ਕਿਸਾਨ ਦਾ ਡਟ ਕੇ ਸਮਰਥਨ ਕਰੇਗੀ, ਕਿਸਾਨ ਦੇ ਨਾਲ ਖੜੇਗੀ। ਔਰ ਬੀਜੇਪੀ ਦੀ ਜਿਹੜੀ ਡਿਕਟੇਟਰਸ਼ਿਪ ਵਾਲੀ ਸੋਚ ਹੈਗੀ ਹੈ,
ਅੱਜ ਉਹ ਬਹੁਤ ਵੱਡਾ ਦੇਸ਼ ਵਾਸਤੇ ਖਤਰਾ ਬਣੀ ਹੋਈ। ਸਾਡੇ ਸੰਘੀ ਢਾਂਚਾ ਮੁਲਕ ਨੂੰ ਫੈਡਰਲਿਜ਼ਮ ਵਾਸਤੇ ਖਤਰਾ ਹੈ। ਰਾਜਾਂ ਦੇ ਅਧਿਕਾਰਾਂ ਦੇ ਉੱਤੇ ਵੱਡੇ ਡਾਕੇ ਮਾਰੇ ਜਾ ਰਹੇ ਆ। ਔਰ ਉਸ ਤੋਂ ਬਾਅਦ ਦੇ ਅੰਦਰ ਜਿੱਥੇ ਜਿੱਥੇ ਸੂਬਿਆਂ ਦੇ ਵਿੱਚ ਬੀਜੇਪੀ ਦੀਆਂ ਸਰਕਾਰਾਂ ਨੇ ਤੇ ਉੱਥੇ ਸ਼ਰਮਨਾਕ ਕਾਰੇ ਹੋ ਰਹੇ ਆ। ਮਨੀਸ਼ਾ ਬਾਲਮੀਕੀ ਨਾਮ ਦੀ 17 ਸਾਲ ਦੀ ਬੱਚੀ ਹਾਥਰਸ यूपी योगी सरकार बीजेपी ਦੀ ਗਵਰਨਮੈਂਟ ਸਟੇਟ ਦੇ ਅੰਦਰ ਤੇ ਕੈਸਾ ਦਰਦਨਾਕ ਮੰਜ਼ਰ ਹੈਗਾ। ਨਿਰਭਇਆ ਕਾਂਡ ਦੇਸ਼ ਵਾਸੀਆਂ ਨੂੰ ਭੁੱਲਿਆ ਨਹੀਂ, ਪਰ ਅੱਜ ਮੀਡੀਆ ਦਾ ਇੱਕ ਵੱਡਾ ਪੱਖ ਹੈਰੋਇਨ ਕਿਹੜੇ ਹੀਰੋ ਨੇ ਖਾ ਲਈ, ਉਹ ਕਿੱਦਾਂ ਮਰਿਆ, ਅੱਜ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਇੱਕ ਸਾਜ਼ਿਸ਼ਨ ਤਰੀਕੇ ਦੇ ਨਾਲ, ਇੱਕ ਯੋਜਨਾਬੱਧ ਤਰੀਕੇ ਦੇ ਨਾਲ ਦੇਸ਼ ਦੇ ਅੰਦਰ ਇੱਕ ਵੱਡਾ ਮੀਡੀਆ ਦਾ ਜਿਹੜਾ ਹਿੱਸਾ ਹੈਗਾ ਉਹ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਲੋਕਾਂ ਦਾ ਧਿਆਨ ਇਸ ਦਲਿਤ ਬੱਚੀ ਦੇ ਨਾਲ ਹੋਏ ਦੁਸ਼ਕਰਮ, 17 ਸਾਲ ਦੀ ਬੱਚੀ ਰੇਪ ਤੋਂ ਬਾਅਦ ਉਹਦੀ ਜ਼ੁਬਾਨ ਕੱਟ ਦਿੱਤੀ ਜਾਵੇ, ਰੇਪ ਤੋਂ ਬਾਅਦ ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਵੇ ਤੇ 8 ਦਿਨ ਪੁਲਿਸ ਕੋਈ FIR ਦਰਜ ਨਾ ਕਰੇ। ਸੋ ਅਸੀਂ ਨਿਖੇਧੀ ਕਰਦੇ ਹਾਂ ਤੇ ਯੋਗੀ ਸਰਕਾਰ ਦੀ ਲੋਕ ਇਨਸਾਫ ਪਾਰਟੀ ਰਾਸ਼ਟਰਪਤੀ ਦੇ ਨਾਮ ਤੇ ਕੱਲ DC ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ DC ਨੂੰ ਮੈਮੋਰੰਡਮ ਰਾਸ਼ਟਰਪਤੀ ਜੀ ਦੇ ਨਾਮ ਤੇ ਕਿ ਯੋਗੀ ਸਰਕਾਰ ਨੂੰ ਤੁਰੰਤ ਚੱਲਦਾ ਕਰੋ। ਉਹ ਸਟੇਟ ਜਿੱਥੇ ਘੱਟ ਗਿਣਤੀਆਂ ਦਾ ਤੇ ਦਲਿਤਾਂ ਦੇ ਉੱਤੇ ਅਤਿਆਚਾਰਾਂ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ। ਸੋ ਮੈਂ ਉਹ ਗੱਲ ਜਿਹੜੀ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਹੈਗੀ ਆ, ਅਸੀਂ ਪਟਿਆਲਾ ਗਏ, ਵਿਧਾਨ ਸਭਾ ਦੇ ਅੰਦਰ ਪ੍ਰੋਟੈਸਟ ਕੀਤਾ, ਧਰਮਸੋਤ ਬਰਖਾਸਤਗੀ, ਸੈਂਕੜੇ ਕਰੋੜ ਦਾ ਵਜ਼ੀਫਾ ਗਬਨ ਤੇ ਪਹਿਲੇ ਪੜਾਅ ਦੇ ਵਿੱਚ 4 ਦਿਨ ਅਸੀਂ ਦੁਆਬੇ ਦੀ ਧਰਤੀ ਤੇ ਲਾਏ ਲੋਕਾਂ ਨੂੰ ਲਾਮਬੰਦ ਤੇ ਜਾਗਰੂਕ ਐਂਡ ਕਿਸਾਨ ਅੰਦੋਲਨ ਕਾਰਨ ਅਸੀਂ ਉਹਨੂੰ ਥੋੜੇ ਦਿਨਾਂ ਲਈ ਪੈਂਡਿੰਗ ਰੱਖਿਆ। ਅੱਜ ਦੁੱਖ ਤੇ ਅਫਸੋਸ ਆ ਜਰਨੈਲ ਨੰਗਲ ਜੀ ਜਿਹੜੇ ਸਾਡੇ ਦੁਆਬੇ ਦੇ ਇੰਚਾਰਜ ਆ, ਜਿਨ੍ਹਾਂ ਨੇ ਦਲਿਤ ਵਜ਼ੀਫਾ ਸਕੀਮ ਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਕੰਮ ਕੀਤਾ ਤੇ ਅੱਜ ਦੁਆਬੇ ਦੇ ਅੰਦਰ ਦਲਿਤ ਬੱਚੇ ਦਾਖਲਿਆਂ ਵਾਸਤੇ ਜਲੀਲ ਹੋ ਰਹੇ ਕਾਲਜਾਂ ਦੇ ਅੰਦਰ, ਕੋਈ ਨਹੀਂ ਸੁਣ ਰਿਹਾ ਉਹਨਾਂ ਦੀ ਗੱਲ। ਤੇ 310 ਕਰੋੜ ਰੁਪਈਆ ਜਿਹੜਾ ਕੇਂਦਰ ਸਰਕਾਰ ਤੋਂ ਸੂਬਾ ਸਰਕਾਰ ਦੇ ਖਜ਼ਾਨੇ 'ਚ ਆਇਆ, ਉਹਦੇ ਜੋ 310 ਪੈਸੇ ਤੱਕ ਨਹੀਂ ਰਿਲੀਜ਼ ਕਰ ਰਹੀ ਸਰਕਾਰ। ਔਰ 100 ਕਰੋੜ ਰੁਪਈਆ ਨਵੇਂ ਦਾਖਲਿਆਂ ਵਾਸਤੇ ਹੈ ਤੇ 210 ਕਰੋੜ ਰੁਪਈਆ ਮੇਨਟੇਨੈਂਸ ਅਲਾਉਂਸ। ਉਹ ਵਿਦਿਆਰਥੀ ਦਲਿਤ ਵਰਗ ਦੇ ਜਿਹੜੇ 2015 ਤੋਂ 2018 ਤੱਕ ਪਾਸ ਆਊਟ ਕਰ ਗਏ। ਅਸੀਂ ਜਰਨੈਲ ਨੰਗਲ ਜੀ ਕਿਉਂਕਿ ਸਭ ਤੋਂ ਵੱਡੀ ਗਿਣਤੀ ਆਬਾਦੀ ਪੱਖੋਂ ਦੁਆਬੇ ਦੇ ਅੰਦਰ ਆ ਦਲਿਤ ਵਿਦਿਆਰਥੀਆਂ ਦੀ, ਤੇ ਅਸੀਂ ਉੱਥੇ ਕੈਂਪ ਲਾ ਕੇ ਜਿਹੜੇ ਦਲਿਤ ਵਿਦਿਆਰਥੀਆਂ ਨੂੰ ਦਾਖਲੇ ਦੇਣ ਤੋਂ ਕਾਲਜ ਤੇ ਯੂਨੀਵਰਸਿਟੀਆਂ ਰੋਕ ਰਹੇ ਆ, ਅਸੀਂ ਉਹਨਾਂ ਲੋਕਾਂ ਤੋਂ ਵੀ ਜਾ ਕੇ ਹਿਸਾਬ ਲਵਾਂਗੇ। ਉਹਨਾਂ ਲੋਕਾਂ ਨੂੰ ਵੀ ਪੁੱਛਾਂਗੇ ਵੀ ਕਿਹੜਾ ਕਾਨੂੰਨ ਹੈਗਾ ਕਿ ਦੇਸ਼ ਦੇ ਅੰਦਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ SC ਲੋਕ ਸਭਾ ਨੇ ਪਾਸ ਕੀਤਾ ਹੋਵੇ, ਕੇਂਦਰ ਸਰਕਾਰ ਦੁਆਰਾ ਸਕੀਮ ਹੋਵੇ, ਤੇ ਤੁਸੀਂ ਉਸ ਸਕੀਮ ਨੂੰ ਕਿਵੇਂ ਸਿੱਕੇ ਤੇ ਟੰਗ ਸਕਦੇ ਹੋ। ਸੋ ਦੋਸਤੋ, ਅੱਜ ਇਸ ਗੱਲ ਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਦਾਗੀ ਬੇਈਮਾਨ ਘਪੜੇਬਾਜ਼ ਮੰਤਰੀ ਜਿਹਦੀ ਰਿਪੋਰਟ ਸੈਂਕੜੇ ਪੇਜਾਂ ਦੀ ਇੱਕ ਸੀਨੀਅਰ IAS ਅਫਸਰ ਕਿਰਪਾ ਸ਼ੰਕਰ ਸਰੋਜ ਜੀ ਨੇ ਦਿੱਤੀ ਤੇ ਉਹਨਾਂ ਨੂੰ ਸੱਚ ਬੋਲਣ ਦੀ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਦੀ ਸਜ਼ਾ ਮਿਲੀ। ਉਹਨਾਂ ਤੋਂ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਬੜਾ ਘਟੀਆ ਤਰੀਕੇ ਦੇ ਨਾਲ। ਇੱਕ ਐਡਾ ਵੱਡਾ ਘਪਲਾ ਉਜਾਗਰ ਕਰਨ ਵਾਲਾ ਸੀਨੀਅਰ IAS ਅਫਸਰ ਐਡੀਸ਼ਨਲ ਚੀਫ ਸੈਕਟਰੀ ਦੇ ਉਹਦੇ ਉੱਤੇ ਵਿਰਾਜਮਾਨ ਪ੍ਰਿੰਸੀਪਲ ਸਕੱਤਰ, ਜਿਹਦੇ ਇੱਕ ਬਹੁਤ ਵੱਡਾ ਸਕੈਮ ਸਰਕਾਰ ਨੂੰ ਆਪਣੀ ਰਿਟਨ ਰਿਪੋਰਟ ਦੇ ਵਿੱਚ ਭੇਜਿਆ ਹੋਵੇ, ਉਹਨੂੰ ਇਨਾਮ ਤਾਂ ਕੀ ਦੇਣਾ ਸੀ, ਉਹਦੀ ਬੇਇੱਜ਼ਤੀ ਕਰਦੇ ਤਰੀਕੇ ਨਾਲ ਉਹਦੀ ਬਦਲੀ ਕੀਤੀ ਗਈ। ਇੱਕ ਪ੍ਰਭਾਵ ਦਿੱਤਾ ਗਿਆ ਕਿ ਪੰਜਾਬ ਦੇ ਅੰਦਰ ਉਹ ਸਰਕਾਰ ਜਿਹੜੀ ਕਹਿੰਦੇ ਸੀ 0% ਟੋਲਰੈਂਸ ਔਨ ਕਰਪਸ਼ਨ, ਜਿਹੜੀ ਕਹਿੰਦੇ ਸੀ ਕਰਪਸ਼ਨ ਭ੍ਰਸ਼ਟਾਚਾਰ ਮੁਕਤ ਪੰਜਾਬ, ਆਪਣੇ ਚੋਣ ਮਨੋਰਥ ਪੱਤਰਾਂ ਦੇ ਉੱਤੇ ਬੜਾ ਸਜਾ ਕੇ ਲਿਖਦੇ ਸੀ, ਤੇ ਅੱਜ ਆਪਣੇ ਇੱਕ ਘਪੜੇਬਾਜ਼ ਮਿਨਿਸਟਰ ਨੂੰ ਬਚਾਉਣ ਖਾਤਰ ਸਚਾਈ ਬੋਲਣ ਵਾਲੇ ਅਫਸਰ ਨੂੰ, ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫਸਰ ਨੂੰ ਪਨਿਸ਼ਮੈਂਟ ਦੇ ਰਹੀ ਆ। ਅਸੀਂ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰੂਗੀ ਲੋਕ ਇਨਸਾਫ ਪਾਰਟੀ। ਆਉਣ ਵਾਲੇ ਦਿਨਾਂ ਦੇ ਵਿੱਚ ਧਰਮਸੋਤ ਦੀ ਬਰਖਾਸਤਗੀ ਤੇ CBI ਦੀ ਜਾਂਚ, ਜਿਹੜੀ ਕਿ ਮਾਨਯੋਗ ਹਾਈ ਕੋਰਟ ਨੇ ਵੀ ਅਗਲੇ ਮਹੀਨੇ ਦੀ 11 ਤਰੀਕ ਲਈ ਨੋਟਿਸ ਕੀਤਾ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ,
ਤੇ ਸਾਨੂੰ ਪੂਰਨ ਉਮੀਦ ਆ ਕਿ CBI ਦੀ ਜਾਂਚ ਤੇ ਧਰਮਸੋਤ ਦੀ ਬਰਖਾਸਤਗੀ ਲੋਕ ਇਨਸਾਫ ਪਾਰਟੀ ਕਰਵਾ ਕੇ ਹਟੇਗੀ। ਤੇ ਦੂਜੇ ਹੱਥ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੈਗੇ ਆ, ਸੰਘਰਸ਼ਾਂ ਦੇ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹੈ। ਉਦੋਂ ਸਥਿਤੀ ਹਾਸੋਹੀਣੀ ਹੋਈ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਖਟਕੜ ਕਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੀ ਕਾਂਗਰਸੀ ਲੀਡਰਾਂ ਦੀ ਫੌਜ ਦੇ ਨਾਲ ਜਾਂਦੇ ਆ ਤੇ ਉੱਥੇ ਜਾ ਕੇ ਮੇਰਾ ਖਿਆਲ 10 ਟਾਵਰ ਏਸੀ ਪਿੱਛੇ ਲੱਗੇ ਹੋਏ ਆ। 10 ਟਾਵਰ ਏਸੀਆਂ ਦੇ ਵਿੱਚ ਬੈਠ ਕੇ ਸੰਘਰਸ਼ ਕਰਨ ਵਾਲਾ ਮੁੱਖ ਮੰਤਰੀ ਕੀ ਸੜਕਾਂ ਦੇ ਉੱਤੇ ਆ ਕੇ ਕਿਸਾਨਾਂ ਦਾ ਸਾਥ ਦੇ ਸਕੂਗਾ? ਅੱਜ ਕਿਸਾਨ ਇਹ ਗੱਲ ਸੋਚਣ ਲਈ ਮਜਬੂਰ ਹੈਗੇ ਆ ਕਿ ਸਾਡੇ ਖੇਤੀਬਾੜੀ ਆਧਾਰਿਤ ਸੂਬੇ ਦਾ ਉਹ ਮੁੱਖ ਮੰਤਰੀ ਜਿਹੜਾ ਕਾਂਗਰਸ ਦੇ ਨਾਲ ਅਣਬਣ ਸਮੇਂ ਜੱਟ ਮਹਾਸਭਾ ਦਾ ਫਾਊਂਡਰ, ਜੱਟ ਮਹਾਸਭਾ ਦਾ ਪ੍ਰਧਾਨ ਬਣਦਾ ਤੇ ਅੱਜ ਉਹ 10-10 ਏਸੀਆਂ ਦਾ ਸਹਾਰਾ ਲੈ ਕੇ ਤੇ ਸਾਨੂੰ ਕਹਿ ਰਿਹਾ ਵੀ ਚਲੋ ਦਿੱਲੀ ਆ ਜਾਓ ਸੜਕਾਂ ਦੇ ਉੱਤੇ। ਅੱਜ ਮੁੱਖ ਮੰਤਰੀ ਸਾਹਿਬ ਨੂੰ ਇਹ ਏਸੀਆਂ ਦਾ ਜਿਹੜਾ ਤੇ ਦੂਜੇ ਤੀਜੇ ਆਰਾਮਦਾਇਕ ਗੱਲਾਂ ਦੇ ਨਾਲ ਸੰਘਰਸ਼ ਜਿੱਤਣ ਦੀਆਂ ਗੱਲਾਂ ਨੇ ਇਹ ਸ਼ੋਭਾ ਨਹੀਂ ਦਿੰਦੀਆਂ। ਅੱਜ ਕਾਂਗਰਸ ਦੇਸ਼ ਦੇ ਅੰਦਰ ਕਿਸਾਨ ਅੰਦੋਲਨ ਦੇ ਉੱਤੇ ਰਾਜਨੀਤੀ ਬੰਦ ਕਰੇ। ਮੇਨ ਸਟਰੀਮ ਆਪੋਜੀਸ਼ਨ ਇਨ ਕੰਟਰੀ ਅੱਜ ਸਾਡੇ ਦੇਸ਼ ਦੇ ਅੰਦਰ ਮੁੱਖ ਵਿਰੋਧੀ ਭੂਮਿਕਾ ਕਾਂਗਰਸ ਪਾਰਟੀ ਦੇ ਕੋਲੇ ਆ। ਜੇ ਕਾਂਗਰਸ ਪਾਰਟੀ ਇਮਾਨਦਾਰੀ ਦੇ ਨਾਲ ਖੇਤੀ ਬਿੱਲਾਂ ਤੋਂ ਬਾਅਦ ਕਾਨੂੰਨ ਦਾ ਰੂਪ ਧਾਰਨ ਕਰਕੇ ਖੇਤੀ ਸੁਧਾਰ ਕਾਨੂੰਨ ਜੇ ਇਮਾਨਦਾਰੀ ਦੇ ਨਾਲ ਕਾਂਗਰਸ ਪਾਰਟੀ ਆਪਣਾ ਰੋਲ ਅਦਾ ਕਰੇ ਤੇ ਮੋਦੀ ਸਰਕਾਰ ਡ੍ਰੌਪ ਕਰ ਸਕਦੀ ਹੈ। ਸੋ ਮੈਂ ਫਿਰ ਪੰਜਾਬ ਦੀ BJP ਦੀ ਲੀਡਰਸ਼ਿਪ ਨੂੰ ਅਪੀਲ ਕਰੂੰਗਾ ਕਿ ਤੁਸੀਂ ਪੰਜਾਬੀ ਹੋਣ ਦਾ ਸਬੂਤ ਦਿਓ, ਤੁਸੀਂ ਪੰਜਾਬੀ ਹੋਣ ਦਾ ਮਾਣ ਦਿਖਾਓ ਕਿ ਅਸੀਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਔਰ ਪੰਜਾਬ ਦੀ ਆਰਥਿਕਤਾ ਦੇ ਨਾਲ ਖੜੇ ਆ। ਤੁਸੀਂ ਕੇਂਦਰ ਸਰਕਾਰ ਨੂੰ ਮਜਬੂਰ ਕਰ ਦਿਓ ਕਿ ਉਹਨੂੰ ਖੇਤੀ ਸੁਧਾਰ ਕਾਨੂੰਨ ਦੇ ਵਿੱਚ ਦੁਬਾਰਾ ਤੋਂ ਤਰਮੀਮ ਵਾਸਤੇ ਲੋਕ ਸਭਾ ਦੇ ਅੰਦਰ ਇਹ ਬਿੱਲ ਦੁਬਾਰਾ ਤੋਂ ਅਮੈਂਡਮੈਂਟ ਦਾ ਲੈ ਕੇ ਜਾਣਾ ਪਵੇ। ਇੱਕ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣਾ ਸਿਗਨੇਚਰ ਅਭਿਆਨ ਸ਼ੁਰੂ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਇਹ ਦੋਨੋਂ ਸਤਿਕਾਰਯੋਗ ਸ਼ਖਸੀਅਤਾਂ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਵਾਸਤੇ, ਕਮਜ਼ੋਰ ਕਰਨ ਵਾਸਤੇ ਕਦੇ ਦਸਕਤੀ ਮੁਹਿੰਮ, ਕਦੇ ਅਦਾਲਤਾਂ ਦਾ ਰੁਖ ਤੇ ਬਾਦਲ ਫੈਮਿਲੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਹਿੱਤ ਉਸੇ ਦਿਨ ਪੈਰਲਲ ਪ੍ਰੋਗਰਾਮ ਦਿੰਦੇ ਆ। ਇੱਕ ਇਹ ਸੋਚੀ ਸਮਝੀ ਸਾਜ਼ਿਸ਼ ਹੈਗੀ ਆ ਕਾਂਗਰਸ ਤੇ ਅਕਾਲੀਆਂ ਦੀ ਕਿ ਕਿਸਾਨਾਂ ਨੂੰ ਭੰਬਲ ਭੁੱਸੇ ਦੇ ਵਿੱਚ ਪਾ ਕੇ ਇਸ ਅੰਦੋਲਨ ਨੂੰ ਕਮਜ਼ੋਰ, ਔਰ ਪੰਜਾਬ ਦਾ ਕਿਸਾਨ ਸਮਝ ਚੁੱਕਿਆ ਲੱਸੀ ਦਾ ਦੁੱਧ ਦਾ ਸੜਿਆ ਤੇ ਲੱਸੀ ਨੂੰ ਫੂਕਾ ਮਾਰ-ਮਾਰ ਪੀਂਦਾ। ਅੱਜ ਪੰਜਾਬ ਦੇ ਕਿਸਾਨ ਨੂੰ ਪਤਾ ਹੈ ਕਿ ਇਹ ਦੋਨੋਂ ਪਾਰਟੀਆਂ ਸਮੇਤ ਅਕਾਲੀ ਦਲ, BJP ਐਂਡ ਕਾਂਗਰਸ ਇਹਨਾਂ ਨੇ ਕਿਸਾਨ ਦਾ ਕੁਝ ਕੇ ਨੁਕਸਾਨ ਕੀਤਾ। ਕਿਸਾਨ ਕਦੇ ਵੀ ਇਹਨਾਂ ਦੇ ਕਿਸੇ ਝਾਂਸੇ 'ਚ ਨਹੀਂ ਆਉਣਗੇ। ਤੁਸੀਂ ਕਹਿ ਰਹੇ ਹੋ ਰਾਜਨੀਤੀ ਕੀਤੀ ਜਾ ਰਹੀ ਹੈ ਰਾਜਨੀਤਿਕ ਪਾਰਟੀਆਂ ਵੱਲੋਂ, ਕਿਹੜੀ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਸਮਰਥਨ ਦੇ ਵਿੱਚ? ਸੋ ਜੇ ਮੈਂ ਦੋਸਤ ਆਪਣੀ ਗੱਲ ਕਰਦੇ ਆ ਲੋਕ ਇਨਸਾਫ ਪਾਰਟੀ ਦੀ, ਅਸੀਂ ਇਸ ਇਸ਼ੂ ਦੇ ਉੱਤੇ ਕਦੇ ਵੀ ਰਾਜਨੀਤੀ ਨਹੀਂ, ਕਿਉਂਕਿ ਸਾਨੂੰ ਪਤਾ ਕਿ ਜੇ ਕਿਸਾਨ ਖੁਸ਼ਹਾਲ ਆ ਤੇ ਸਾਡੇ ਸੂਬੇ ਦੀ ਆਰਥਿਕਤਾ, ਸਾਡੇ ਸੂਬੇ ਦਾ ਕਾਰੋਬਾਰ ਤੇ ਇੰਡਸਟਰੀ ਤਾਂ ਹੀ ਚੱਲਣੀ ਹੈ। ਅਸੀਂ ਉਹ ਸਮਾਂ ਯਾਦ ਕਰੋ ਅੱਜ ਤੋਂ 3.5 ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਬਹੁ ਗਿਣਤੀ ਲੋਕਾਂ ਨੂੰ ਪਤਾ ਨਹੀਂ ਸੀ ਕਿ ਖੇਤੀ ਸੁਧਾਰ ਆਰਡੀਨੈਂਸ ਹੈ ਕੀ ਹੈ। ਅਸੀਂ 300 ਕਿਲੋਮੀਟਰ ਲੰਬੀ ਯਾਤਰਾ ਕੋਈ ਰਾਜਨੀਤੀ ਲਾਹਾ ਲੈਣ ਵਾਸਤੇ ਨਹੀਂ, 10 ਲੱਖ ਤੋਂ ਵੱਧ ਪੈਂਫਲੇਟ ਕੋਈ ਰਾਜਨੀਤਿਕ ਲਾਹਾ ਲੈਣ ਵਾਸਤੇ ਨਹੀਂ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ। ਸੋ ਮੈਂ ਅੱਜ ਫੇਰ ਕਹੂੰਗਾ ਕਿ ਉਹ ਰਵਾਇਤੀ ਪਾਰਟੀਆਂ ਜਿਨ੍ਹਾਂ ਤੋਂ ਕਿਸਾਨਾਂ ਨੂੰ ਹੇਟ ਆ, ਜਿਨ੍ਹਾਂ ਤੋਂ ਕਿਸਾਨਾਂ ਨੂੰ ਨਫ਼ਰਤ ਹੈਗੀ ਆ, ਸੁਭਾਵਿਕ ਆ, ਉਹ ਲੋਕਾਂ ਨੇ ਪਿਛੋਕੜ ਦੇ ਵਿੱਚ ਕਿਸਾਨਾਂ ਦੇ ਨਾਮ ਉੱਤੇ ਆਪਣੀਆਂ ਸਰਕਾਰਾਂ ਕਾਇਮ ਕੀਤੀਆਂ। ਸੋ ਲੋਕ ਇਨਸਾਫ ਪਾਰਟੀ ਬਿਨਾਂ ਕਿਸੇ ਰਾਜਨੀਤੀ ਕੀਤਿਆਂ ਕਿਸਾਨ ਜਥੇਬੰਦੀਆਂ ਦੇ ਹਰ ਪ੍ਰੋਗਰਾਮ ਦੇ ਵਿੱਚ ਬਿਨ ਬੁਲਾਇਆ ਸ਼ਮੂਲੀਅਤ ਕਰੇਗੀ, ਕਿਉਂਕਿ ਸਾਡੀ ਜੇ ਆਰਥਿਕਤਾ ਕਿਸਾਨੀ ਖੇਤੀਬਾੜੀ ਹੈ, ਜੇ ਆਰਥਿਕਤਾ ਬਚਦੀ ਹੈ ਤੇ ਸਾਡਾ ਸੂਬਾ ਬਚਦਾ। ਅੱਜ ਦੁੱਖ ਤੇ ਅਫਸੋਸ ਆ ਉਹ ਪਾਰਟੀ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਜਿਹਦੇ 4 ਲੋਕ ਸਭਾ ਦੇ ਮੈਂਬਰ ਪੰਜਾਬ ਦੇ ਲੋਕ ਬਣਾ ਕੇ ਭੇਜਦੇ ਆ ਖਾਤਾ ਖੁੱਲ੍ਹਦਾ ਲੋਕ ਸਭਾ ਦੇ ਅੰਦਰ ਪੰਜਾਬੀਆਂ ਦੇ ਬਲਬੂਤੇ ਦੇ ਉੱਤੇ, ਤੇ ਅੱਜ ਉਸ ਪਾਰਟੀ ਦਾ ਕੇਜਰੀਵਾਲ ਸਾਹਿਬ ਪ੍ਰਧਾਨ ਚੁੱਪ ਤੇ ਖਾਮੋਸ਼ ਹੈ। ਇਸ ਗੱਲ ਦਾ ਦੁੱਖ ਹੈ ਕਿ ਉਹ ਪੰਜਾਬੀ ਜਿਨ੍ਹਾਂ ਨੇ ਕੇਜਰੀਵਾਲ ਸਾਹਿਬ ਦੀ ਪਾਰਟੀ ਨੂੰ ਵੱਡੀ ਪੱਧਰ ਤੇ ਤਨੋਂ ਮਨੋਂ ਤੇ ਧਨੋਂ ਸਪੋਰਟ ਕੀਤਾ, ਅੱਜ ਪੰਜਾਬ ਨੂੰ ਲੋੜਿਆ ਤੇ ਅੱਜ
ਕੇਜਰੀਵਾਲ ਸਾਹਿਬ ਚੁੱਪ ਤੇ ਖਮੋਸ਼ ਆ। ਜਿਹੜੀਆਂ ਪਾਰਟੀਆਂ ਦੇ ਰਿਮੋਟ ਕੰਟਰੋਲ ਦਿੱਲੀ ਦੇ ਵਿੱਚ ਆ ਉਹ ਕਦੇ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ। ਸਰ ਇੱਕ ਜਿਹੜੇ ਪੰਜਾਬ ਦੇ ਪ੍ਰਭਾਰੀ ਲਾਏ ਗਏ ਕਾਂਗਰਸ ਦੇ ਨਵੇਂ, ਉਹਨਾਂ ਨੇ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਕੀਤੀ ਹੈ। ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ। ਮੈਨੂੰ ਉਹ ਦਿਨ ਯਾਦ ਆ ਜਦੋਂ ਕਾਂਗਰਸ ਪਾਰਟੀ ਨੇ ਸਿੱਧੂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ। ਸਾਰੇ ਕਾਂਗਰਸੀਆਂ ਨੇ ਲਿਟਰਲੀ ਗਾਲਾਂ ਤੱਕ ਕੱਢਦੇ ਹੋਏ ਬੇਇੱਜ਼ਤ ਕੀਤਾ ਸਿੱਧੂ ਨੂੰ, ਜਲੀਲ ਕੀਤਾ ਸਿੱਧੂ ਨੂੰ। ਤੇ ਮੇਰਾ ਖਿਆਲ ਹੈ ਸਿੱਧੂ ਸਾਹਿਬ ਦੇ ਜਿਹੜੇ ਜ਼ਖਮ ਆ ਕਾਂਗਰਸੀਆਂ ਦੇ ਜਲਾਲਤ ਭਰੇ ਸ਼ਬਦਾਂ ਵਾਲੇ, ਉਹ ਭਰੇ ਨਹੀਂ ਹੋਣਗੇ। ਸਵਾਲ ਉਹਨਾਂ ਦੀ ਪਾਰਟੀ ਦਾ। ਬਿਹਤਰ ਜਵਾਬ ਸਿੱਧੂ ਸਾਹਿਬ ਜਾਂ ਜਾਖੜ ਸਾਹਿਬ ਤੇ ਜਾਂ ਕੈਪਟਨ ਸਾਹਿਬ ਤੇ ਜਾਂ ਜਿਹੜੇ ਨਵੇਂ ਇੰਚਾਰਜ ਲਾਏ ਆ ਉਹ ਦੇ ਸਕਦੇ ਆ। ਮੈਂ ਸਿਰਫ ਇੰਨਾ ਕਹਿ ਸਕਦਾ ਕਿ ਸਿੱਧੂ ਸਾਹਿਬ ਨੂੰ ਉਹ ਦਿਨ ਯਾਦ ਰੱਖਣੇ ਚਾਹੀਦੇ ਜਦੋਂ ਪੰਜਾਬ ਦੀ ਕਾਂਗਰਸ ਨੇ ਪਾਣੀ ਪੀ ਕੇ ਸਿੱਧੂ ਨੂੰ ਕੋਸਿਆ। ਸਰ ਇੱਕ ਰਾਹੁਲ ਗਾਂਧੀ ਨੂੰ ਆਪਣੇ ਪੰਜਾਬ ਆ ਰਹੇ ਨੇ, ਪੰਜਾਬ ਦੌਰਾ ਕਰ ਰਹੇ ਨੇ। ਕਿਸਾਨਾਂ ਦੇ ਜਦੋਂ ਲੋਕ ਇਨਸਾਫ ਪਾਰਟੀ ਨੇ 5 ਦਿਨ ਦੀ ਯਾਤਰਾ ਸਾਈਕਲਾਂ ਦੇ ਉੱਤੇ ਕੀਤੀ, ਤੰਬੂ ਲਾ ਕੇ ਸੜਕਾਂ ਦੇ ਉੱਤੇ ਰਹੇ, 300 ਕਿਲੋਮੀਟਰ ਲੰਬਾ ਸਫ਼ਰ ਕੀਤਾ ਤੇ ਕੈਪਟਨ ਦੀ ਸਰਕਾਰ ਨੇ 5 FIRਾਂ ਦਿੱਤੀਆਂ ਸਾਡੇ ਉੱਤੇ। ਕੀ ਕੈਪਟਨ ਅਮਰਿੰਦਰ ਸਿੰਘ ਹੁਣ ਰਾਹੁਲ ਗਾਂਧੀ ਤੇ ਕੋਈ FIR ਦੇਣਗੇ? ਪੈਰਾਮੀਟਰ ਕਰੋਨਾ ਅੱਜ ਵੀ ਉਹੀ ਆ। ਕਰੋਨਾ ਦੀ ਬਿਮਾਰੀ ਨਾਲ ਲੜਨ ਲਈ ਨਿਯਮ ਅੱਜ ਵੀ ਉਹੀ ਆ। ਕੀ ਕੈਪਟਨ ਅਮਰਿੰਦਰ ਸਿੰਘ ਸੇਮ ਕੰਮ ਵਾਸਤੇ, ਜਿਹੜੇ ਕੰਮ ਲਈ ਤਕਰੀਬਨ 3 ਮਹੀਨੇ ਪਹਿਲਾਂ ਲੋਕ ਇਨਸਾਫ ਪਾਰਟੀ ਨੇ 5 ਦਿਨ ਦੀ ਸਾਈਕਲ ਯਾਤਰਾ ਦੌਰਾਨ 5 FIRਾਂ ਕਰਾਈਆਂ, ਤੇ ਅੱਜ ਇਹ ਰਾਹੁਲ ਗਾਂਧੀ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਵਾਸਤੇ। ਸੋ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਰਾਹੁਲ ਗਾਂਧੀ ਦੇ ਉੱਤੇ FIR ਦਿਓਗੇ ਹੁਣ? ਸਰ ਕੱਲ੍ਹ ਤੋਂ ਕਿਸਾਨ ਦੁਆਰਾ ਬੈਠਣ ਜਾ ਰਹੇ ਧਰਨੇ ਤੇ ਕਿੱਦਾਂ ਤੁਸੀਂ ਸਪੋਰਟ ਕਰੋਗੇ? ਕਿਸਾਨ ਤੋਂ ਸਾਡੇ ਰੋਕਣ ਜਾ ਰਹੇ ਕਿਸਾਨ। ਅਸੀਂ ਪੂਰਨ ਤੌਰ ਤੇ ਸਪੋਰਟ ਕਰਾਂਗੇ। ਉਹ ਰੇਲਾਂ ਰੋਕਣ ਅਸੀਂ ਬਿਲਕੁਲ ਹਰ ਜ਼ਿਲ੍ਹੇ ਦੇ ਅੰਦਰ ਲੋਕ ਇਨਸਾਫ ਪਾਰਟੀ ਦਾ ਜ਼ਿਲ੍ਹਾ ਯੂਨਿਟ ਹਰ ਜ਼ਿਲ੍ਹੇ ਦੇ ਅੰਦਰ ਕਿਸਾਨ ਅੰਦੋਲਨ ਨੂੰ ਸਪੋਰਟ ਕਰੇਗਾ। ਚਾਹੇ ਉਹ ਟ੍ਰੇਨਾਂ ਰੋਕਣ ਦੀ ਗੱਲ ਹੈ, ਉਹ ਸੜਕਾਂ ਰੋਕਣ ਦੀ ਗੱਲ ਹੈ, ਜਾਂ ਉਹ ਬੰਦ ਕਰਾਉਣ ਦੀ ਗੱਲ। ਸਾਹਿਬ ਸੂਬੇ ਦੇ ਵਿੱਚ 144 ਧਾਰਾ ਲੱਗੀ ਹੋਈ ਹੈ, ਆਮ ਜਨਤਾ ਪਰੇਸ਼ਾਨ ਹੈ, ਲੇਕਿਨ ਇਸ ਸਮੇਂ ਪ੍ਰੋਟੈਸਟ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋ ਰਹੇ ਨੇ। ਕੀ ਕਹੋਗੇ ਇਸ ਤੇ? ਕੈਪਟਨ ਅਮਰਿੰਦਰ ਸਿੰਘ ਨੂੰ 144 ਤੇ 188 ਦਾ ਭੋਗ ਪਾ ਦੇਣਾ ਚਾਹੀਦਾ। ਕਰੋਨਾ ਦੇ ਉੱਤੇ ਰਾਜਨੀਤੀ ਬਹੁਤ ਹੋ ਗਈ। ਲੋਕਾਂ ਨੂੰ ਪਤਾ ਹੈ ਕਿ ਤੰਦਰੁਸਤ ਕਿੱਦਾਂ ਰਹਿਣਾ। ਲੋਕਾਂ ਨੇ ਕਰੋਨਾ ਨੂੰ ਹਰਾਉਣ ਦਾ ਆਪਣਾ ਲਾਈਫ ਸਟਾਈਲ ਸਿੱਖ ਲਿਆ, ਜਿਉਣ ਦਾ, ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਲਿਆ। ਬਹੁਤ ਵੱਡੀ ਪੱਧਰ ਤੇ ਰਾਜਨੀਤੀ, ਮੈਂ ਡੇ 1 ਤੋਂ ਕਹਿ ਰਿਹਾ ਕਿ ਰੂਲਿੰਗ ਦੇ ਵਿੱਚ ਬੈਠੇ ਲੋਕ ਕਰੋਨਾ ਦੇ ਨਾਮ ਦੇ ਉੱਤੇ ਰਾਜਨੀਤੀ ਕਰ ਰਹੇ ਆ। ਅੱਜ ਮੇਰੀ ਗੱਲ ਉਹ ਸਾਫ਼ ਸਿੱਧ ਕਰ ਦਿੱਤੀ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। 2 ਪੈਰਾਮੀਟਰ ਬਣ ਗਏ। ਇੱਕ ਹੱਥ ਕਿਸਾਨ ਅੰਦੋਲਨ ਆ ਤੇ ਉੱਥੇ ਸੰਧੀ ਆ, ਉੱਥੇ ਕੋਈ ਕੁਝ ਨਹੀਂ ਚਾਹੀਦਾ ਵੀ ਹੈ। ਪਰ ਜਿਹੜੇ ਦੂਜੇ ਧਰਮਸੋਤ ਵਰਗੇ ਅਹਿਮ ਇਸ਼ੂ ਦੇ ਉੱਤੇ ਲੋਕ ਇਕੱਠੇ ਹੋ ਕੇ ਕੈਪਟਨ ਸਰਕਾਰ ਦੇ ਬੇਈਮਾਨ ਮੰਤਰੀ ਨੂੰ ਚੱਲਦਾ ਕਰਨ ਲਈ ਸੰਘਰਸ਼ ਕਰਨ, ਤੇ ਉੱਥੇ FIR ਆਮ ਲੋਕਾਂ ਵਾਸਤੇ 144 ਤੇ 188 ਦੇ ਕਲੰਦਰੇ। ਸੋ ਇਹ ਡ੍ਰੌਪ ਕਰ ਲੈਣਾ ਚਾਹੀਦਾ। ਕਰੋਨਾ ਦੇ ਉੱਤੇ ਬਹੁਤ ਵੱਡੀ ਪੱਧਰ ਤੇ ਰਾਜਨੀਤੀ ਹੋ ਚੁੱਕੀ ਹੈ, ਲੋਕ ਸਾਰਾ ਕੁਝ ਸਮਝ ਚੁੱਕੇ ਆ। ਗੁਰਪਿਆਰੇ, ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਆਖਿਰ ਕਦੋਂ ਕੇਂਦਰ ਸਰਕਾਰ ਮਜਬੂਰ ਹੁੰਦੀ ਹੈ ਇਹਨਾਂ ਬਿੱਲਾਂ ਨੂੰ ਵਾਪਸ ਲੈਣ ਦੇ ਵਿੱਚ, ਕਿਉਂਕਿ ਇਹ ਬਿੱਲ ਪਾਸ ਕਰਕੇ ਉਹਨਾਂ ਨੇ ਕਾਨੂੰਨ ਬਣਾ ਦਿੱਤਾ ਹੈ। ਤੇ ਜੇਕਰ ਕਾਨੂੰਨ ਇਹ ਵਾਪਸ ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀ ਸਿਆਸਤ ਦੀ ਢੋਰ ਆਪਣੇ ਹੱਥ ਵਿੱਚ ਲੈ ਕੇ ਕੇਂਦਰ ਦੀ ਇੱਟ ਨਾਲ ਇੱਟ ਖੜਕਾਣੀ ਹੀ ਹੋਵੇਗੀ। ਤੇ ਹੁਣ ਵੇਖਣਾ ਹੀ ਹੋਵੇਗਾ ਕਿ ਇਹ ਇੱਟ ਜੋ ਪੰਜਾਬ ਦੀ ਨੌਜਵਾਨੀ ਨੇ ਹੱਥ ਵਿੱਚ ਚੱਕ ਲਈ ਹੈ, ਇਹ ਖੜਕਾਈ ਕਦੋਂ ਜਾਂਦੀ ਹੈ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।